ਆਇਲਸ ਰੀਡਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਟੌਪਿਕ ਹੈ MCQ ਤੇ ਬਹੁਤ ਬੱਚੇ ਤੁੱਕਾ ਮਾਰ ਕੇ ਪੇਪਰ ਦੇ ਵਿੱਚ ਰੀਡਿੰਗ ਦੇ MCQ ਕਰਕੇ ਆਉਂਦੇ ਆ। ਮੈਂ ਬਹੁਤ ਛੇਤੀ, ਮੈਂ ਕਹਿੰਦਾ ਬਹੁਤ ਜਲਦੀ ਤੁਹਾਨੂੰ MCQ ਪੜ੍ਹਾ ਦੂੰਗਾ। ਕੱਲਾ ਤੁੱਕਾ ਮਾਰ ਕੇ ਨਹੀਂ ਪੜਾਉਂਗਾ, ਬਲਕਿ ਮੈਂ ਟੈਕਨੀਕ ਨਾਲ ਪੜਾਉਂਗਾ। ਤੇ ਅੱਜ ਤੋਂ ਬਾਅਦ ਜੇ ਤੁਸੀਂ ਉਹਨੂੰ ਸੇਮ ਅਪਲਾਈ ਕਰੋਗੇ, ਕੋਈ ਵੀ ਸਟੂਡੈਂਟ ਹੈ, ਚਾਹੇ ਮੇਰੀ ਵੀਡੀਓ ਹੁਣ ਦੇਖ ਰਿਹਾ, ਬਾਅਦ ਚੋਂ ਦੇਖ ਰਿਹਾ, ਜਿੱਥੇ ਮਰਜ਼ੀ ਦੇਖ ਰਿਹਾ, ਮੇਰੇ ਵਰਡ ਸੇ ਯਕੀਨ ਕਰਿਓ, ਤੁਸੀਂ ਪੇਪਰ ਦੇ ਵਿੱਚ ਕਦੇ ਇੱਕ ਵੀ ਕੁਐਸਚਨ ਗਲਤ ਨਹੀਂ ਕਰੋਗੇ। ਨਹੀਂ ਯਕੀਨ ਆਉਂਦਾ ਤਾਂ ਆਓ, ਮੈਂ ਆਪਣੀਆਂ ਟ੍ਰਿਕਸ, ਮੈਂ ਆਪਣਾ ਮੰਤਰ ਤੁਹਾਨੂੰ ਸਿਖਾਉਣਾ। ਤਾਂ ਸਾਰਿਆਂ ਨੇ ਬੋਲਣਾ ਹੈਗਾ। ਜੇ MCQ ਸਿੱਖਣੇ ਪਹਿਲਾਂ ਸੋ ਡੂ ਯੂ ਵਾਂਟ ਟੂ ਲਰਨ MCQ? वेरी गुड, ठीक है। ਤੁਹਾਡਾ ਲੈਫਟ ਹੈਂਡ ਕਿਹੜਾ? ਲੈਫਟ ਹੈਂਡ ਮੈਂ ਮੰਤਰ ਸਿਖਾਉਂਗਾ। ਲੈਫਟ ਹੈਂਡ ਮੈਂ ਪੰਡਿਤ ਵੀ ਹੈ ਨਾ ਨਾਲ ਨਾਲ। ਯੈਸ, ਵਾਓ। ਆਪਣੇ ਹੈਂਡ ਨੂੰ ਐਵੇਂ ਕਰੋ, ਐਵੇਂ ਐਵੇਂ। ਮੈਂ ਦੇਖ ਰਿਹਾ ਕਿਹੜੇ ਕਿਹੜੇ ਕਰ ਰਹੇ ਨੇ। ਕਮਲ ਕਿੱਥੇ ਤੇਰਾ ਹੈਂਡ? ਯੈਸ, ਹਾਂ ਬੋਲਣੇ ਨਾਲ ਨਾਲ। ਗਿਲੀ 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 ਗਿਲੀ। ਅਰ ਤੁਹਾਡੀ ਆਵਾਜ਼ ਨਹੀਂ ਮੇਰੇ ਕੋਲ ਨਹੀਂ, ਪਰ ਮੈਨੂੰ ਫੀਲ ਆਉਣਾ ਹੈਗਾ। ਅਰ ਜਿਹੜਾ ਜਿਹੜਾ ਕਰੂਗਾ ਉਹਨੂੰ ਆਊਗਾ, ਜਿਹੜਾ ਨਹੀਂ ਕਰੂਗਾ ਉਹਨੂੰ ਆਉਂਦਾ ਵੀ ਨਹੀਂ। ਲੈ ਉਸਤਾਦ ਨੇ ਤੁਹਾਡੇ ਨੇ ਕਹਿਤੀ ਗੱਲ, ਵਾਹ ਸ਼ਾਬਾਸ਼। ਆ ਜਾਓ ਹੁਣ ਮੁੜਿਓ ਤੁਹਾਡਾ ਖੁਸ਼ ਹੋ ਕੇ, ਕਿਉਂਕਿ ਮੈਂ ਤੁਹਾਨੂੰ ਹੈਪੀ ਕਰਨਾ ਚਾਹੁੰਦਾ ਸੀ ਪੜਾਉਣ ਤੋਂ ਪਹਿਲਾਂ। ਤਾਂ ਆਓ ਮੈਂ ਤੁਹਾਨੂੰ MCQ ਸਿਖਾਉਣਾ, ਤੇ ਜੇ ਨਾ ਮਜ਼ਾ ਆਇਆ ਤੁਹਾਡੀ ਕੋਈ ਗਲਤੀ ਹੋਣੀ, ਮੇਰੇ ਵੱਲੋਂ ਮੈਂ ਤਾਂ ਸਹੀ ਪੜਾਇਆ ਹੋਊਗਾ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ। ਪਹਿਲਾ ਟੌਪਿਕ ਦਾ ਨੇਮ ਹੈ ਜਿਹੜਾ ਆਪਾਂ ਉਹ ਦੇਖਦੇ ਹਾਂ ਮਾਈ ਡੀਅਰ। ਟੌਪਿਕ ਬੜਾ ਸਿੰਪਲ ਤਰੀਕੇ ਨਾਲ ਹੈ। ਟੌਪਿਕ ਕੀ ਕਹਿੰਦਾ ਹੈ? ਦ ਗ੍ਰੇਟ ਆਸਟ੍ਰੇਲੀਅਨ ਫੈਂਸ। ਦ ग्रेट ऑस्ट्रेलियन फेंस। ऑस्ट्रेलियन की हो गया ऑस्ट्रेलिया दा, ग्रेट की हो गया कोई बहुत वड्डा। ते हुण बहुत बच्चों ने गरारी अड़ गई फेंस। सर फेंस नहीं पता की हुंदा है। मैं तुहानू रिक्वेस्ट करदा, जे किसी नू नहीं पता फेंस की हुंदा है, डरो ना। रीडिंग दे विच कई बार टॉपिक बारे इन्नी ज़्यादा नॉलेज नहीं होंदी हैगी, पर एडी कोई गलबात नहीं। जे फेंस बारे नहीं पता भी असीं आंसर नहीं कर पावांगे। मैं तुहानू ये कहना, फेंस हुंदी है जिहड़ी कंडा कंडा तार नहीं हुंदी, तार लगी हुंदी है, कंडियां वाली तार लाई हुंदी है, जिहनूं बाड़ बाड़ कहंदे ने, भी खेतां च पशु ना जाण, वो हुंदी है फेंस। तुसीं समझ गए होंगे, जिहड़ी खेतां दे आले दुआले बन्न दिंदे ने, तार बन्न दिंदे ने, ਉਹਨੂੰ ਫੈਂਸ ਕਹਿੰਦੇ ਨੇ। ਉਹ ਕਾਦੇ ਲਈ ਹੁੰਦੀ ਹੈ? ਵੀ ਜਿਹੜੇ ਜਾਨਵਰ ਨੇ ਕੋਈ ਆ ਕੇ ਫਸਲ ਨੂੰ ਖਰਾਬ ਨਾ ਕਰ ਦੇਣ, ਕੁਛ ਐਵੇਂ। ਮਤਲਬ ਆਸਟ੍ਰੇਲੀਅਨ ਗ੍ਰੇਟ ਫੈਂਸ ਦੀਆਂ ਕੋਈ ਗੱਲਾਂ ਨੇ। ਆਪਣੇ ਕੋਲੇ MCQ ਨੇ, ਬਹੁਤ ਵੈਲਿਊ ਤੇ ਬਹੁਤ ਤਰੀਕੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਇਹ ਵੀਡੀਓ ਸੀ ਜਿਹਦੀ ਮੈਨੂੰ ਲੋੜ ਸੀ, ਇਹ ਟੈਕਨੀਕ ਸੀ ਜਿਹੜੇ ਬੰਦੇ ਨੇ ਸਿਖਾਤੀ, ਤੇ ਅੱਜ ਤੋਂ ਬਾਅਦ ਦਾ ਪੇਪਰ ਕਲੀਅਰ ਹੈਗਾ। ਬਾਕੀ ਤੁਸੀਂ ਆਪ ਦੇਖੋਗੇ। क्वेश्चन देखो पहले नंबर ते की है। पहला क्वेश्चन, 4 क्वेश्चन है अपने को, बड़े तरीके नाल समझाऊंगा। 4 क्वेश्चन 1 to 4 है। पहला क्वेश्चन ध्यान नाल देखो की है। ते एक गल होर सुन लियो, जे किसी बच्चे नूं ये वहम है कि पक्या पकाया मिलूगा, पक्या पकाया कुछ नहीं मिलता। मतलब पक्या पकाया इन द सेंस के ये ईजी तरीके नाल नहीं मिलणगे, टेक्नीक नाल मिलणगे। टेक्नीक किवें? आओ मैं तुहानूं दसदा। क्वेश्चन देखो की है, कहना वाई वॉज द फेंस बिल्ट। जिहड़ी फेंस है वो क्यों बिल्ट की गई? क्योंकि वाई दे विच तां रीजन है। जिहड़ी फेंस है वो बिल्ट करी गई क्यों? हुण अपने माइंड च क्वेश्चन हैगा, आपां ये देखना है भी जिहड़ी कंडा तार है, जिहड़ी तार दे उत्ते कंडे जे लगे हुंदे आ, वो क्यों बिल्ट करी गई? जे कोई बच्चे ने ABC नूं पहला पढ़ लिया, वो तो समझो गया, ਉਹਦਾ पेपर नहीं क्लीयर हुंदा। ਜਿਹੜੇ ਕਿਸੇ ਬੱਚੇ ਨੇ ABCD ਨੂੰ ਪਹਿਲਾਂ ਪੜ੍ਹ ਲਿਆ, ਉਹਦਾ पेपर नहीं क्लीयर हुंदा। ਹੁਣ पेपर क्लीयर पता किहदा होगा? ਜਿਹਦੇ माइंड ਦੇ ਵਿੱਚ है फेंस ਨੂੰ क्यों बिल्ट किया गया, फेंस ਨੂੰ क्यों बिल्ट किया गया। ਉਹਦੇ माइंड ਦੇ ਵਿੱਚ कीवर्ड पता ਕਿਹੜੇ-ਕਿਹੜੇ ਹੋਣਗੇ? फेंस, बिल्ट। जिथे फेंस ते बिल्ट का पता लग गया, आंसर मेरा उत्थे होगा। आओ आपां पढ़िए। गौर नाल सुनियो, मैं बड़े स्ट्रिक्टली सारिਆਂ ਨੂੰ ਇੱਕ ਗੱਲ ਕਹਿ ਰਿਹਾ, ਕਿਸੇ ਇੱਕ ਵੀ स्टूडेंट ने ABCD नहीं पढ़ना। पहला ABCD नहीं पढ़ना, नहीं खत्म हो जाओगे तुसी। आओ आपां देखिए किवें आ। टॉक देखो तुसी, आपां इत्थों शुरू करिए जी। तो माय डियर तुहानूं बड़े अच्छे तरीके नाल पता लगदा होगा। एक
ਬਿਲਟ ਆ ਵੀ ਹੈ ਦੇਖੋ, ਬਿਲਟ ਮਿਲਿਆ, ਬਿਲਟ। ਆਪਾਂ ਫਿਰ ਉਰੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਦੇਖੀਏ ਆ ਫੈਂਸ ਵੀ ਹੈਗਾ ਨਾ, ਵਾਇਰ ਵੀ ਹੈਗਾ, ਤਾਂ ਆਪਾਂ ਨੂੰ ਪਤਾ ਕਿ ਲੋਕੇਸ਼ਨ ਹੈ ਇਹ। ਆਪਾਂ ਸ਼ੁਰੂ ਤੋਂ ਪੜ੍ਹਦੇ ਹਾਂ। ਅ ਵਾਰ ਹੈਜ਼ ਬੀਨ ਗੋਇੰਗ ਔਨ ਫॉर ਆਲਮੋਸਟ 100 years ਬਿਟਵੀਨ। ਇੱਕ ਨਾ ਵਾਰ ਚੱਲ ਰਹੀ ਹੈ, ਇੱਕ ਲੜਾਈ ਚੱਲ ਰਹੀ ਹੈ ਲਗਭਗ 100 ਈਅਰ ਤੋਂ, 100 ਸਾਲਾਂ ਤੋਂ ਵੀ, ਬਿਟਵੀਨ ਕਿਹਦੇ ਦੁਆਰੇ? ਦ ਸ਼ੀਪ ਫਾਰਮਰਸ ਆਫ ਆਸਟ੍ਰੇਲੀਆ, ਇੱਕ ਸਾਈਡ ਤੇ ਕੌਣ ਨੇ? ਸ਼ੀਪ ਫਾਰਮਰਸ ਨੇ ਆਸਟ੍ਰੇਲੀਆ ਦੇ, ਐਂਡ ਦ ਡਿੰਗੋ ਆਸਟ੍ਰੇਲੀਆਜ਼ ਵਾਈਲਡ ਡੌਗ। ਮਤਲਬ ਕੀ ਹੈ, ਇੱਕ ਲੜਾਈ ਚੱਲ ਰਹੀ ਹੈ ਸ਼ੀਪ ਫਾਰਮਰਸ ਦੀ, ਤੇ ਦੂਜੇ ਪਾਸੇ ਆਸਟ੍ਰੇਲੀਅਨ ਦੇ ਵਾਈਲਡ ਡੌਗ ਨੇ ਜਿਹੜੇ ਡਿੰਗੋ, ਉਹਨਾਂ ਦੀ ਆਪਸ 'ਚ ਲੜਾਈ ਹੈ ਟੂ ਪ੍ਰੋਟੈਕਟ देयर ਲਾਈਵਲੀਹੁੱਡ। ਹੁਣ ਕਿੰਨਾ ਦੀ ਲਾਈਵਲੀਹੁੱਡ ਹੈ? ਪਹਿਲਿਆਂ ਦੀ। ਕਿੰਨਾ ਦੀ? ਸ਼ੀਪ ਦੀ। ਉਹਨਾਂ ਦੀ ਲਾਈਵਲੀਹੁੱਡ ਨੂੰ ਬਚਾਉਣ ਦੇ ਲਈ ਦ ਫਾਰਮਰਸ ਬਿਲਟ ਅ ਵਾਇਰ ਫੈਂਸ। ਮਤਲਬ ਧਿਆਨ ਨਾਲ ਦੇਖੋ, ਆਉਰੇ ਕੀ ਸੀਗਾ ਆਪਣੇ ਕੋਲ ਕੁਐਸਚਨ ਸੀਗਾ, ਆ ਫਾਰਮਰਸ ਆ ਹੈ ਨਾ, ਫਾਰਮਰਸ ਕਿੰਨਾ ਦੇ ਨੇ? ਸ਼ੀਪ ਉਹਨਾਂ ਦੇ ਫਾਰਮਰਸ ਨੇਗੇ, ਹੈ ਨਾ, ਜੁੜਿਆ ਹੋਇਆ ਨਾ, ਬਿਟਵੀਨ ਦ ਸ਼ੀਪ ਫਾਰਮਰਸ। ਇਧਰ ਆਪਾਂ ਨੂੰ ਕਿਹਾ ਹੋਇਆ ਇਹਨਾਂ ਨੇ ਕਿ ਟੂ ਪ੍ਰੋਟੈਕਟ देयर ਲਾਈਵਲੀਹੁੱਡ ਦ ਫਾਰਮਰਸ ਬਿਲਟ ਆ ਵਾਇਰ ਫੈਂਸ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਕਈ 100 ਸਾਲ ਪੁਰਾਣੀ ਇਹਨਾਂ ਦੀ ਆਪਸ 'ਚ ਲੜਾਈ ਹੈ। ਕਿਹਨਾਂ ਦੀ? ਇੱਕ ਤਾਂ ਸ਼ੀਪ ਫਾਰਮਰ ਨੇ ਉਹਨਾਂ ਦੀ, ਤੇ ਇੱਕ ਜਿਹੜੇ ਵਾਈਲਡ ਡੌਗ ਨੇ ਉਹਨਾਂ ਦੀ। ਹੁਣ ਇਹਨਾਂ ਦੀ ਆਪਸ 'ਚ ਲੜਾਈ ਹੋਣ ਕਰਕੇ ਸ਼ੀਪ ਫਾਰਮਰ ਨੇ ਕੀ ਕੀਤਾ? ਉਹਨਾਂ ਨੇ ਇੱਕ ਵਾਇਰ ਹੈ ਜਿਹੜੀ ਉਹ ਆਲੇ ਦੁਆਲੇ ਵਿਛਾ ਲਈ। ਗੱਲ ਖਤਮ। ਸ਼ੀਪ ਨੂੰ ਬਚਾਉਣ ਦੇ ਲਈ ਵੀ ਸਾਡੀਆਂ ਜਿਹੜੀਆਂ ਸ਼ੀਪ ਨੇ, ਭੇਡਾਂ ਨੇ, ਇਹਨਾਂ ਨੂੰ ਕੋਈ ਕੁਛ ਕਰ ਨਾ ਦੇਵੇ, ਕਿਤੇ ਕੁੱਤੇ ਖਾ ਜਾਣ। ਹੁਣ ਉਧਰ ਆਨਸਰ ਕੀ ਹੈ? ABCD ਚੋਂ ਇੱਕ ਆਨਸਰ ਹੈ, ਸ਼ੋਰਿਟੀ ਨਾਲ ਆਨਸਰ ਹੈ। ਤੇ ਜੇ ਕੋਈ ਬੱਚਾ ਮੇਰਾ ਸਟੂਡੈਂਟ ਹੋਊਗਾ ਨਾ, ਮੇਰੇ ਕੋਲ ਪੜ੍ਹ ਕੇ ਗਿਆ ਹੋਊਗਾ ਨਾ, ਪੇਪਰ ਦੇ ਵਿੱਚ ਉਹਦੇ ਦਿਮਾਗ 'ਚ ਪਤਾ ਕੀ ਆਊਗਾ? ਮੈਂ ਤੁਹਾਨੂੰ ਦੱਸਦਾ ਨਾ ਕੀ ਆਊਗਾ। ਉਹ ਆਨਸਰ ਨੂੰ ਕਿਵੇਂ ਫਾਈਂਡ ਕਰੂਗਾ? ਲੁੱਕ, ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਆ ਗਿਆ ਕਿ ਵਾਓ ਸ਼ੀਪ ਵਰਡ ਮਿਲ ਗਿਆ। ਉਹਦੇ ਦਿਮਾਗ 'ਚ ਆਇਆ ਕਿ ਸ਼ੀਪ ਵਰਡ ਮਿਲ ਗਿਆ, ਪਰ ਨਾਲ ਦੀ ਨਾਲ ਉਹਦੇ ਦਿਮਾਗ 'ਚ ਇਹ ਆਇਆ ਕਿ ਕੈਟਲ ਦੀ ਤਾਂ ਕੋਈ ਗੱਲ ਨਹੀਂ ਕਰੀ ਨਾ। ਕੈਟਲ ਉਹ ਹੁੰਦੇ ਨੇ ਦੁੱਧ ਦਿੰਦੇ ਨੇ, ਇਹਨੇ ਤਾਂ ਪੁੱਤ ਕੋਈ ਗੱਲ ਨਹੀਂ ਕਰੀ। ਇਹ ਆਨਸਰ ਨਹੀਂ ਆ ਸਕਦਾ, ਕੱਟ ਗਿਆ। B ਡਿੰਗੋਜ਼ ਫਰੋਮ ਬੀ ਸਲੌਟਰਡ, ਆ ਵਰਡ ਤਾਂ ਕਿਤੇ ਆਇਆ ਨਹੀਂ ਹੈਗਾ। ਕਸਾਈਖਾਨਾ, ਮਤਲਬ B ਵੀ ਨਹੀਂ ਹੈਗਾ। ਟੂ ਐਕਟ ਅ ਬਾਉਂਡਰੀ ਬਿਟਵੀਨ ਪ੍ਰੋਪਰਟੀਜ਼, ਨਾ ਇਹ ਵੀ ਨਹੀਂ ਕਰਿਆ ਹੈਗਾ। ਇੱਕ ਕੁਐਸਚਨ ਦੇਖੋ, ਤਿੰਨੇ ਆਪਾਂ ਨੇ, ਇਹ ਕੈਟਲ ਕਰਕੇ ਕੱਢਤਾ, ਇਹ ਸਲੌਟਰਡ ਕਰਕੇ, ਤੇ ਪ੍ਰੋਪਰਟੀ ਕਰਕੇ। ਲਾਸਟ ਵਾਲਾ ਕੁਐਸਚਨ ਹੈ ਮਾਈ ਡੀਅਰ, ਪੜ੍ਹ ਕੇ ਦੇਖੀਏ। ਟੂ ਪ੍ਰੋਟੈਕਟ ਦ ਆਸਟ੍ਰੇਲੀਅਨ ਵੂਲ ਇੰਡਸਟਰੀ। ਉਹ ਦੇਖੋ ਧਿਆਨ ਨਾਲ, ਕਿੰਨਾ ਟਿਪੀਕਲ ਲੁਕੋ ਕੇ ਆਨਸਰ ਦਿੱਤਾ ਹੋਇਆ। ਉਹ ਪ੍ਰੋਟੈਕਟ ਕਾਦੇ ਕਰ ਰਹੇ ਨੇ? ਆਸਟ੍ਰੇਲੀਅਨ ਵੂਲ। ਵੂਲ ਕੀ ਹੈ? ਸ਼ੀਪ। ਵੂਲ ਕੀ ਹੈ? ਸ਼ੀਪ। ਉਹ ਪ੍ਰੋਟੈਕਟ ਕਰਦੇ ਸੀ ਆਸਟ੍ਰੇਲੀਅਨ ਸ਼ੀਪ ਦੀ ਇੰਡਸਟਰੀ ਨੂੰ। ਹੁਣ ਕੁੱਤਿਆਂ ਤੋਂ ਵੂਲ ਥੋੜੀ ਆਉਂਦਾ, ਡੌਗ ਤੋਂ ਵੂਲ ਥੋੜੀ ਆਊਗਾ, ਵੂਲ ਤਾਂ ਆਊਗਾ ਸ਼ੀਪ ਤੋਂ ਆਊਗਾ। ਤਾਂ ਐਕੂਰੇਟ ਆਨਸਰ ਕੀ ਹੈ? ਡੀ ਆਨਸਰ ਕਿਉਂ ਆਇਆ? ਕਿਉਂਕਿ ਉਹ ਪ੍ਰੋਟੈਕਟ ਕਰਦੀ ਸੀ ਵੂਲ ਇੰਡਸਟਰੀ ਨੂੰ। ਉਧਰ ਉੱਪਰ ਆਪਾਂ ਨੂੰ ਉਹਨੇ ਦੱਸਿਆ ਸੀ ਨਾ ਵੀ ਸ਼ੀਪ ਤੇ ਡੌਗ ਦੀ ਆਪਸ 'ਚ ਲੜਾਈ ਹੈ। ਜਿਹੜੇ ਸ਼ੀਪ ਫਾਰਮਰ ਨੇ ਉਹ ਕੀ ਕਰਦੇ? ਉਹਨਾਂ ਨੇ ਕੰਡਾ ਤਾਰ ਲਾਈ ਹੋਈ ਸੀ। ਹੁਣ ਉਹਨਾਂ ਨੂੰ ਬਚਾ ਰਹੀ ਸੀ ਨਾ ਸ਼ੀਪ ਨੂੰ, ਵੀ ਕਿਤੇ ਡੌਗਸ ਆ ਜਾਣ ਤੇ ਇਹਨਾਂ ਨੂੰ ਖਾ ਜਾਣ। ਤਾਂ ਐਕੂਰੇਟ ਕੀ ਸੀਗਾ? ਪ੍ਰੋਟੈਕਟ ਕਰਦੇ ਸੀਗੇ ਵੂਲ ਇੰਡਸਟਰੀ ਨੂੰ। ਸੈਟੀਸਫੈਕਸ਼ਨ ਹੋਈ? ਮੈਂ ਚੈਟ ਓਪਨ ਕਰਦਾ ਨਾ, ਜੇ ਕਿਸੇ ਨੂੰ ਕੋਈ ਡਾਊਟ ਲੱਗਦਾ ਤੁਸੀਂ ਕੋਈ ਵੀ ਬੋਲ ਸਕਦਾ ਹੈ, ਪਰ ਇਸ ਤੋਂ ਤਰੀਕੇ ਨਾਲ ਆਨਸਰ ਕਦੇ ਵੀ ਨਹੀਂ ਨਿਕਲਦਾ ਹੈਗਾ। ਓਕੇ, ਨੋ ਓਕੇ। ਮਨਦੀਪ ਮੈਂਡੀ ਨੂੰ ਇੱਕ ਮਿੰਟ, ਲਓ ਜੀ ਮਨਦੀਪ ਮੈਂਡੀ ਜੀ ਕਰੋ ਅਨਮਿਊਟ, ਕਰੀ ਗੱਲ ਤੁਹਾਡੇ ਨਾਲ। ਹਾਂਜੀ ਕਰੋ ਅਨਮਿਊਟ। ਹੈਲੋ 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 हेलो। ਹਾਂਜੀ ਮਨਦੀਪ ਜੀ ਸਾਹਮਣੇ ਆਇਓ ਮੇਰੇ ਕੋਲ। ਕਿੱਥੇ ਹੋ ਤੁਸੀਂ? ਕਮ ਔਨ, ਰੀਜ਼ੈਂਟ ਕਰ ਲਓ, ਤੁਸੀਂ ਸਾਹਮਣੇ ਆ ਜਾਓਗੇ। ਕੌਣ? ਹਾਂਜੀ ਮੈਮ, ਖੁੱਲ ਕੇ गुड ਬੋਲੋ। इवनिंग सर। ਗੁੱਡ ਈਵਨਿੰਗ गुड ਜੀ, इवनिंग सर। ਵੈਰੀ ਗੁੱਡ ਈਵਨਿੰਗ ਬੱਚੇ। ਪ੍ਰੋਬਲਮ ਦੱਸੋ। सर मैंने स्पीकिंग की प्रॉब्लम है और इस प्रॉब्लम है की। ਮੈਂ ਇਹ ਪੁੱਛਿਆ ਵੀ ਤੁਹਾਨੂੰ, ਮੈਂ ਕੁਐਸਚਨ ਕਰਾਇਆ ਵੀ ਇਹ 'ਚ हाँ ਪ੍ਰੋਬਲਮ। सेटिस्फैक्शन से सेटिस्फैक्शन ਸੌਰੀ, सेटिस्फैक्शन है। ਅੱਛਾ ਸੈਟੀਸਫੈਕਸ਼ਨ। ਮੈਂ ਕਿਹਾ ਤੁਸੀਂ ਉਹ 'ਚ ਲਿਖਿਆ ਸੀ ਨਾ ਵੀ ਨੋ, ਮੈਂ ਨੋ ਪੜਿਆ ਤੁਹਾਡਾ, ਮੈਂ ਤਾਂ ਹੀ ਤੁਹਾਨੂੰ ਅਨਮਿਊਟ ਕਰਿਆ ਇੰਨੇ ਚੋਂ। ਮੈਂ ਕਿਹਾ ਵੀ ਇਹ ਇੰਨਾ ਪੜਾ ਕੇ ਵੀ ਤੁਹਾਨੂੰ ਨੋ ਲੱਗਿਆ। तो सॉरी सर, गलती हो गई, सॉरी सॉरी। ਚਲੋ ਜੀ ਕੋਈ ਗੱਲ ਨਹੀਂ, ਠੀਕ ਹੈ।
ਮੈਂ ਕਿਹਾ ਕਿਤੇ ਕਿਸੇ ਨੇ ਬੰਦਾ ਨਾ ਛੱਡ ਰੱਖਿਆ ਹੋਵੇ ਵਿੱਚ। ਅੱਛਾ, ਲਵੀ ਵਿਚਾਰਾ ਭੋਲਾ ਸਿੱਖ ਰਿਹਾ, ਕਹਿੰਦਾ ਬਾਈ ਜੀ ਕਿਵੇਂ ਬੰਦਾ ਕੋਈ ਵਿੱਚ ਕਿਵੇਂ ਛੱਡਦਾ। ਤੇ ਤੁਹਾਨੂੰ ਪਤਾ ਮੈਂ ਅਨਮਿਊਟ ਕਿਉਂ ਨਹੀਂ ਕਰਦਾ ਸਾਰਿਆਂ ਨੂੰ, ਲਗਭਗ ਤੁਹਾਨੂੰ ਮੈਂ ਖੁੱਲ ਕੇ ਦੱਸਾਂ ਗੱਲ ਹੈ। ਬਹੁਤ ਲੋਕ ਉਰੇ ਸਟੂਡੈਂਟ ਨਹੀਂ ਹੈਗੇ ਨਵਨੀਤ ਬਾਈ, ਇਹ ਗੱਲ ਕਲੀਅਰ ਹੈਗੀ, ਬਹੁਤ ਲੋਕ ਉਰੇ ਸਟੂਡੈਂਟ ਨਹੀਂ ਹੈਗੇ। ਬੜੇ ਇੰਸਟੀਚਿਊਟ ਵਾਲੇ ਬੈਠੇ ਨੇ, ਬੜੇ ਉਹ ਇਹ ਦੇਖਣਾ ਚਾਹੁੰਦੇ ਨੇ ਵੀ 5000 ਰੁਪਏ ਫੀਸ ਭਰ ਕੇ ਵੀ ਪੜਾਉਂਦਾ ਕੀ ਹੈ। ਹਾਂ ਨਾ ਛੱਡ, ਉਹਦਾ ਨਾਮ ਤਾਂ ਕੀ ਰਹਿਣਾ, ਤਾਂ ਮੈਨੂੰ ਉਸਦਾ ਨਾਮ ਹੀ ਨਹੀਂ ਮੈਨੂੰ ਪਸੰਦ ਹੈਗਾ। ਚਲੋ ਬੀ ਕੁਐਸਚਨ ਤੇ ਮੈਂ ਸਤਪਾਲ ਬਾਈ ਓਕੇ ਜੀ। ਮਾਈ ਡੀਅਰ, ਮੈਂ ਮੇਰੇ ਸਾਰੇ ਦੇਖੋ ਜਿੰਨੇ ਮੈਨੂੰ ਫੋਲੋ ਕਰਦੇ ਹੋ, ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣਾ, ਨੋ ਵਨ ਇਜ਼ ਗੋਇੰਗ ਟੂ ਹੈਲਪ ਯੂ ਇਨ ਐਗਜ਼ਾਮ। ਪੇਪਰ 'ਚ ਤੁਹਾਡੀ ਕੋਈ ਹੈਲਪ ਨਹੀਂ ਕਰਨ ਜਾ ਰਿਹਾ। ਤੁਹਾਨੂੰ ਤਰੀਕੇ ਨਾਲ ਇੰਨੀ ਕੁ ਗੱਲ ਦੱਸਦਾ ਮੈਂ, ਜੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਮੈਂ ਬਹੁਤ ਰਿਸਪੈਕਟ ਕਰਦਾ, ਤੇ ਮੈਂ ਆਹ ਸੋਚ ਕੇ ਰਿਸਪੈਕਟ ਤੇ ਪਿਆਰ ਕਰਦਾ ਕਿ ਤੁਹਾਡਾ ਪੇਪਰ ਕਲੀਅਰ ਕਰਨਾ ਮੈਨੇ। ਤੇ ਪੇਪਰ ਕਲੀਅਰ ਕਰਨ ਦਾ ਮਤਲਬ ਪਤਾ ਕੀ ਹੈ, ਆਪਾਂ ਨੇ ਪਹਿਲਾ ਕੁਐਸਚਨ ਇਹ ਸੀਗਾ ਵੀ ਜਿਹੜੀ ਫੈਂਸ ਹੈ ਉਹ ਕਿਉਂ ਬਿਲਟ ਕੀਤੀ ਗਈ। ਕੁਐਸਚਨ ਆਹੀ ਸੀ ਨਾ ਆਪਣੇ ਕੋਲੇ, ਲੋਕੇਸ਼ਨ ਤੇ ਕੀ ਸੀਗਾ, ਫੈਂਸ ਤੇ ਬਿਲਟ। ਆਪਣੇ ਕੋਲੇ ਦੋ ਲੋਕੇਸ਼ਨ ਤੇ ਚੱਲ ਗਏ ਆਪਾਂ ਵੀ ਯਾਰ ਕਿਤੇ ਫੈਂਸ ਕਿਤੇ ਬਿਲਟ, ਤਾਂ ਮੈਨੂੰ ਬਿਲਟ ਵੀ ਮਿਲ ਗਿਆ, ਫੈਂਸ ਵੀ ਮਿਲ ਗਿਆ। ਉਹ ਕਹਿੰਦਾ ਵੀ ਇਹਨਾਂ ਦਾ ਬੜੇ ਟਾਈਮ ਤੋਂ ਆਪਸ 'ਚ ਲੜਾਈ ਝਗੜਾ ਚੱਲ ਰਿਹਾ ਸੀਗਾ, ਤੇ ਜਿਹੜਾ ਉਹਨਾਂ ਨੇ ਫੈਂਸ ਲਾਇਆ ਉਹ ਸ਼ੀਪ ਨੂੰ ਬਚਾਉਣ ਦੇ ਲਈ ਲਾਇਆ ਸੀਗਾ। ਤਾਂ ਇੱਧਰ ਡੈਫੀਨਿਟਲੀ ਸ਼ੀਪ ਦਾ ਸਿਨੋਨਿਮ ਕੀ ਦਿੱਤਾ, ਵੂਲ ਇੰਡਸਟਰੀ ਨੂੰ ਬਚਾਉਣ ਦੇ ਲਈ ਉਹਨਾਂ ਨੇ ਫੈਂਸ ਲਾਇਆ। ਚਲੋ ਆਪਾਂ ਸੈਕਿੰਡ ਕੁਐਸਚਨ ਦੇਖਦੇ ਹਾਂ, ਤੇ ਮੈਂ ਉਮੀਦ ਕਰੂੰਗਾ ਜਿਵੇਂ ਵੀ ਤੁਹਾਡਾ ਹੁਕਮ ਹੋਇਆ, ਦੇਖੋ ਮੈਂ ਤਾਂ ਤੁਹਾਡੇ ਨਾਲ ਚੱਲਣਾ ਹੈਗਾ, ਤੁਸੀਂ ਸਭ ਕੁਝ ਹੋ ਮੇਰੇ ਲਈ, ਇਹ ਤੋਂ ਵੱਧ ਕੁਛ ਨਹੀਂ ਹੈਗਾ। ਤਾਂ ਆਓ ਜੀ ਸੈਕਿੰਡ ਕੁਐਸਚਨ ਕੀ ਕਹਿੰਦਾ ਹੈ, ਕਹਿੰਦੇ ਔਨ ਵਟ ਪੁਆਇੰਟ ਡੂ ਦ ਕੰਜ਼ਰਵੇਸ਼ਨਿਸਟਸ ਐਂਡ ਪੋਲੀਟੀਸ਼ੀਅਨਸ ਅਗਰੀ। ਕਿਹੜੀ ਜਗ੍ਹਾ ਦੇ ਉੱਤੇ, ਕਿਹੜੀ ਗੱਲ ਦੇ ਉੱਤੇ ਜਿਹੜੇ ਕੰਜ਼ਰਵੇਸ਼ਨ ਹੁੰਦੇ ਨੇ, ਇਹ ਰੂੜੀਵਾਦੀ ਜਿਹੜੇ ਪੁਰਾਣੀ ਸੋਚ ਰੱਖਦੇ ਨੇ, ਤੇ ਪੋਲੀਟੀਸ਼ੀਅਨ ਮਤਲਬ ਕੀ ਹੈ, ਜਿਹੜੇ ਕੰਜ਼ਰਵੇਸ਼ਨ ਨੇ ਤੇ ਪੋਲੀਟੀਸ਼ੀਅਨ ਨੇ, ਇਹ ਕਿਹੜੀ ਇੱਕ ਗੱਲ ਦੇ ਉੱਤੇ ਅਗਰੀ ਨੇ, ਮਤਲਬ ਦੋਨੇ ਸਹਿਮਤ ਨੇ। ਹੁਣ ਆਪਾਂ ਇਹ ਦੇਖਣਾ ਹੈ ਵੀ ਕਿਹੜੀ ਗੱਲ ਤੇ ਇਹ ਦੋਨੇ ਸਹਿਮਤ ਨੇ। ਡੈਫੀਨੇਟਲੀ ਮਾਈ ਡੀਅਰ, ਜੇ ਤੁਸੀਂ ਸਟੂਡੈਂਟ ਰਮਨ ਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਗਾ ਕਿ ABCD ਨੂੰ ਨਹੀਂ ਪੜ੍ਹ ਰਿਹਾ ਮੈਂ। ਆਈ ਐਮ ਨਾਟ ਗੋਇੰਗ ਟੂ ਸਟੱਡੀ ABCD, ਇਜ਼ ਇਟ ਕਲੀਅਰ। ਮੈਂ ਕੀ ਕਰੂੰਗਾ, ਜਿੱਥੇ ਨਾ ਕੰਜ਼ਰਵੇਸ਼ਨ ਜਾਂ ਪੋਲੀਟੀਸ਼ੀਅਨ ਕਿਤੇ ਵੀ ਆ ਹੋਊਗਾ, ਮੈਂ ਲੋਕੇਸ਼ਨ ਤੇ ਜਾਊਂਗਾ, ਉਹਦੀਆਂ 2-3 ਲਾਈਨਾਂ ਪੜੂੰਗਾ, ਆਨਸਰ ਲੱਭ ਲਿਆਉਂਗਾ। ਕਰਕੇ ਦਿਖਾਵਾਂ? ਆਰ ਯੂ ਰੈਡੀ? ਸਮਾਈਲ ਕਰਦੇ ਰਿਹਾ ਕਰੋ, ਖੁਸ਼ ਰਿਹਾ ਕਰੋ, ਫਿਰ ਮੇਰਾ ਪੜਾਉਣ ਦਾ ਜੀ ਕਰਦਾ। ਜਦੋਂ ਸੀਰੀਅਸ ਜੇ ਹੋ ਜਾਂਦੇ ਨਾ, ਮੈਂ ਕਹਿੰਦਾ ਪਤਾ ਨਹੀਂ ਕੀ ਨੇ ਛੱਡੇ ਹੋਏ ਨੇ ਇਹ। ਚਲੋ ਜੀ। ਤਾਂ ਮਾਈ ਡੀਅਰ, ਤੁਹਾਨੂੰ ਦੇਖਣ ਦੇ ਬੜੇ ਆਰਾਮ ਨਾਲ ਇੱਕ ਲੋਕੇਸ਼ਨ ਮਿਲਦੀ ਦਿਖਦੀ ਹੋਗੀ ਕਿ ਦਿਸ ਇਜ਼ ਕਾਲਡ ਅ ਕੰਜ਼ਰਵੇਸ਼ਨਿਸਟਸ ਤੇ ਪੋਲੀਟੀਸ਼ੀਅਨਸ। ਲੋਕੇਸ਼ਨ ਮਿਲ ਗਈ। ਹੁਣ ਆਪਾਂ ਨੇ ਇਹ ਦੇਖਣਾ ਵੀ ਇਹ ਕਿਹੜੀ ਗੱਲ ਤੇ ਦੋਨੇ ਅਗਰੀ ਨੇ। ਮੈਂ ਲਿਖਿਆ, ਮੈਂ ਪੜਿਆ, ਨੈਵਰ ਮਾਈਂਡ ਦੈਟ ਮੋਰ ਐਂਡ ਮੋਰ ਪੀਪਲ, ਕੌਣ ਕੌਣ, ਕੰਜ਼ਰਵੇਸ਼ਨਿਸਟ, ਪੋਲੀਟੀਸ਼ੀਅਨ, ਟੈਕਸਪੇਅਰਸ ਐਂਡ ਐਨੀਮਲ ਲਵਰਸ, ਇਹ ਸਾਰਿਆਂ ਦੀ ਗੱਲ ਕਰਦਾ ਹੈ। ਸੇ ਦੈਟ, ਇਹ ਕੀ ਕਹਿੰਦੇ ਆ, ਸੱਚ ਅ ਬੈਰੀਅਰ ਵੁੱਡ ਨੈਵਰ ਬੀ ਅਲਾਉਡ ਟੂਡੇ ਔਨ ਇਕੋਲੋਜੀਕਲ ਗਰਾਊਂਡਸ। ਧਿਆਨ ਨਾਲ ਦੇਖੋ, ਹੁਣ ਉਹ ਕਹਿੰਦਾ ਵੀ ਜਿਹੜੇ ਆ ਕੰਜ਼ਰਵੇਸ਼ਨ ਵਾਲੇ ਨੇ ਜਾਂ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਟੈਕਸਪੇਅਰ ਕੋਈ ਵੀ ਨੇ, ਉਹ ਇਹ ਕਹਿੰਦੇ ਨੇ ਵੀ ਜਿਹੜੇ ਇਹ ਐਵੇਂ ਦੇ ਬੈਰੀਅਰ ਨੇ ਨਾ, ਬੈਰੀਅਰ ਪਤਾ ਕਹਿੰਦੇ ਰੁਕਾਵਟਾਂ, ਬੈਰੀਅਰ ਇਹ ਕਿਹਨੂੰ ਕਹਿੰਦੇ ਨੇ, ਫੈਂਸ ਨੂੰ। ਬੈਰੀਅਰ ਆਪਾਂ ਕਹਿੰਦੇ ਵੀ ਮੈਨੇ ਯਾਰ ਆਇਲਸ ਕਰਨੀ ਹੈ, ਅਗਲਾ ਕਹਿੰਦਾ ਫਿਰ ਬੈਰੀਅਰ ਕੀ ਹੈ, ਪ੍ਰੋਬਲਮ ਕੀ ਹੈ। ਤਾਂ ਡੈਫੀਨਿਟਲੀ ਉਹ ਕਹਿੰਦਾ ਵੀ ਜਿਹੜੇ ਇਹ ਬੈਰੀਅਰ ਨੇ ਨਾ, ਜਿਹੜੇ ਫੈਂਸ ਹੈ ਨਾ, ਵੁੱਡ ਨੈਵਰ ਬੀ ਅਲਾਉਡ, ਇਹ ਅਲਾਉ ਨਹੀਂ ਕਰੀ ਜਾਊਗੀ ਟੂਡੇ, ਅੱਜ ਕੱਲ, ਔਨ ਇਕੋਲੋਜੀਕਲ ਗਰਾਊਂਡਸ। ਇਕੋਲੋਜੀਕਲ ਗਰਾਊਂਡਸ ਹੁੰਦੇ ਨੇ ਐਨਵਾਇਰਨਮੈਂਟ ਨੂੰ ਲੈ ਕੇ। ਮਤਲਬ ਕੀ ਹੈ, ਉਹਨਾਂ ਨੇ ਕਿਹਾ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਕੰਜ਼ਰਵੇਸ਼ਨ ਵਾਲੇ ਜਿਹੜੇ ਵੀ ਨੇ, ਉਹ ਕਹਿੰਦੇ ਵੀ ਬਾਈ ਜੀ ਅਸੀਂ ਇਹ ਜਿਹੜੀ ਫੈਂਸ ਹੈ ਇਹਨੂੰ ਅਸੀਂ ਅਲਾਓ ਨਹੀਂ ਕਰਦੇ ਲਾਉਣਾ, ਕਿਉਂਕਿ ਇਹਦਾ ਐਨਵਾਇਰਨਮੈਂਟ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਕੋਲੋਜੀਕਲ ਗਰਾਊਂਡਸ ਹੈ ਜਿਹੜਾ, ਉਹ ਇਹਦਾ ਮਾੜਾ ਪ੍ਰਭਾਵ ਪੈਂਦਾ ਹੈਗਾ। ਇਹ ਦੋਨੇ ਇਸ ਗੱਲ ਨਾਲ ਸਹਿਮਤ ਨੇ ਕਿ ਉਹ ਫੈਂਸ ਨੂੰ ਲਾਉਣ ਦੇ ਹੱਕ 'ਚ ਨਹੀਂ ਹੈਗੇ ਦੋਨੇ, ਨਾ ਪੁਰਾਣੀ ਸੋਚ ਵਾਲੇ ਬੰਦੇ ਤੇ ਨਾ
ਪੋਲੀਟੀਸ਼ੀਅਨ। ਉਹ ਕਹਿੰਦੇ ਵੀ ਜੇ ਆਪਾਂ ਬਾੜ ਲਾਉਂਦੇ ਆ ਜਾਂ ਆਪਾਂ ਕੋਈ ਵੀ ਬੈਰੀਅਰ ਲਾਉਂਦੇ ਆ, ਇਹਦਾ ਬੁਰਾ ਪ੍ਰਭਾਵ ਹੈ এনवायरमेंट ਦੇ ਉੱਤੇ, ਬੁਰਾ ਪ੍ਰਭਾਵ ਪਊਗਾ। ਹੁਣ ਤੁਸੀਂ ਕਹੋ ਵੀ ਸਰ এনवायरमेंट ਦੇ ਉੱਤੇ ਬੁਰਾ ਪ੍ਰਭਾਵ ਕਿਵੇਂ ਪਊਗਾ, ਬੜਿਆਂ ਦੇ ਦਿਮਾਗ 'ਚ ਆ ਰਹੀ ਹੋਣੀ ਗੱਲ। ਧਿਆਨ ਨਾਲ ਦੇਖੋ, ਬਾੜ ਲੱਗੀ ਹੋਈ ਹੈ, ਕੋਈ ਜਾਨਵਰ ਵਿੱਚ ਫਸ ਗਿਆ, ਵਿੱਚ ਫਸ ਕੇ ਉਹ ਜਾਨਵਰ ਮਰ ਵੀ ਸਕਦਾ ਹੈ, ਮਰ ਕੇ ਕਿਤੇ ਨਾ ਕਿਤੇ ਉਹਦੀ ਬੋਡੀ ਹੈ ਜਿਹੜੀ ਉਹ এনवायरमेंट ਨੂੰ ਕਿੰਨਾ ਖਰਾਬ ਕਰੂਗੀ। ਜਾਂ ਕੋਈ ਜ਼ਖਮੀ ਹੋ ਗਿਆ ਜਾਨਵਰ, ਉਹਨੂੰ ਕੋਈ ਕੀੜੇ ਕੂੜੇ ਪੈ ਗਏ, ਉਹਨੂੰ ਬਿਮਾਰੀ ਲੱਗ ਗਈ। ਕਿੰਨੀਆਂ ਜ਼ਿਆਦਾ ਪ੍ਰੋਬਲਮਸ ਨੇ ਨਾ ਵੀ ਜਿਹੜੀ ਇਹ ਬਾੜ ਹੈ ਨਾ, ਇਹ ਇਕੋਲੋਜੀਕਲ ਪ੍ਰੋਬਲਮਸ ਹੈ ਉਹ ਕ੍ਰੀਏਟ ਕਰਦੀ ਹੈ। ਦੇਖੀਏ ਲਓ ਜੀ, 30 ਸੈਕਿੰਡ ਦੇ ਰਹੇ ਆ ਆਪਦੇ ਆਪ ਕਰਨ ਨੂੰ, ਤੁਹਾਡੇ ਕੋਲ 30 ਸੈਕਿੰਡ ਨੇ। ਦੇਖੋ ਧਿਆਨ ਨਾਲ, ਮੇਰੇ ਅਕੋਰਡਿੰਗ ਵੂਲ ਐਕਸਪੋਰਟਸ ਆਰ ਵਾਈਟਲ ਟੂ ਦਾ ਇਕੋਨਮੀ। ਇਹ ਤਾਂ ਕੋਈ ਗੱਲ ਨਹੀਂ ਕਰੀ ਆਪਾਂ ਨੇ। The number of dogs need to be reduced, ਇਹ ਵੀ ਕੋਈ ਗੱਲ ਨਹੀਂ ਕਰੀ ਵੀ dogs ਨੂੰ। The fence act useful frontier between states, ਇਹ ਵੀ ਕੋਈ ਗੱਲ ਨਹੀਂ ਕਰੀ। The fence poses a threat to the environment, threat ਕੀ ਹੁੰਦਾ, ਧਮਕੀ ਦੇਣਾ, ਖਤਰਾ। ਉਹ ਕਹਿੰਦਾ ਵੀ ਮੇਰੇ ਅਕੋਰਡਿੰਗ ਕੀ ਹੈ, ਜਿਹੜੀ ਇਹ ਫੈਂਸ ਹੈ ਇਹ এনवायरमेंट ਨੂੰ ਧਮਕੀ ਦੇ ਰਹੀ ਹੈ, ਇਹ ਖਤਰੇ ਦੀ ਨਿਸ਼ਾਨੀ ਹੈ, ਮਤਲਬ ਸੇਫੈਸਟ ਨਹੀਂ ਹੈਗਾ। ਦਿਸ ਇਜ਼ ਨਾਟ ਅ ਸੇਫੈਸਟ। ਐਕੂਰੇਟ ਆਨਸਰ ਹੈ ਜਿਹੜਾ ਉਹ ਬੀ ਆ, ਬੀ ਐਕੂਰੇਟ ਆਨਸਰ ਬੀ। ਕਿਹਨੇ ਕਿਹਨੇ ਬੀ ਸੋਚਿਆ ਸੀ? ਨਵੀਂ ਤੁਸੀਂ ਅੱਜ ਕਿੰਨੇ ਟਾਈਮ ਬਾਅਦ ਆਏ, ਮੈਨੂੰ ਲੱਗਦਾ ਨਾ ਤੁਸੀਂ ਕਲਾਸ ਕਲੂਸ ਲਾਉਂਦੇ ਨਹੀਂ ਹੈਗੇ, ਹਨਾ? ਨਹੀਂ ਲਾਉਂਦੇ ਨਾ, ਮੈਨੂੰ ਕੱਲੇ ਕੱਲੇ ਬੰਦੇ ਦੀ ਗੌਰ ਹੁੰਦੀ ਹੈ ਮੇਰੀ। ਕਰਦਾ ਮੈਂ ਤੁਹਾਡੇ ਨਾਲ ਗੱਲ, ਖੜੋ ਆ 2 ਕੁਐਸਚਨ ਹੋਰ ਕਰ ਲਈਏ। ਚਲੋ ਜੀ, ਅਗਲੇ 2। ਵਾਈ ਡਿਡ ਦਾ ਆਥਰ ਵਿਜ਼ਿਟ ਆਸਟ੍ਰੇਲੀਆ? ਜਿਹੜਾ ਆਥਰ ਸੀਗਾ ਉਹ ਆਸਟ੍ਰੇਲੀਆ ਕਿਉਂ ਗਿਆ? ਆਸਟ੍ਰੇਲੀਆ ਇੱਕ ਐਵੇਂ ਦਾ ਮੁਲਕ ਹੈ, ਕਿਵੇਂ ਬ੍ਰਾਂਡ ਪੇ ਕਿਹੜਾ? ਆਸਟ੍ਰੇਲੀਆ ਤੋਂ ਹੈ? ਪਤਾ ਨਹੀਂ ਵੀਰੇ, ਤੂੰ ਹੀ ਆ ਜਾ ਕੁਛ ਪੀਨਾ, ਮੈਂ ਤਾਂ ਪੀਂਦਾ ਨਹੀਂ, ਮੈਂ ਪੰਡਤ ਬੰਦਾ। ਇਹ ਲਵ ਯੂ ਹੈ, ਦੇਖੋ ਜੀ ਐਵੇਂ ਦਾ, ਮੈਂ ਤਾਂ ਸਾਊ ਬੰਦਾ। ਪਰ ਮੈਂ ਤੁਹਾਨੂੰ ਦੱਸਾਂ, ਮੈਨੂੰ ਨਾ ਬੰਦਾ ਕੋਈ ਉਹ ਦੇ ਕੇ ਗਿਆ, ਗਿਫਟ ਦੇ ਕੇ ਗਿਆ, ਉਹ ਕੀ ਕਹਿੰਦੇ ਹੁੰਦੇ ਉੱਤੇ, ਵਿਆਹ ਦਾ ਡੱਬਾ ਨਹੀਂ ਹੁੰਦਾ, ਵਿਆਹ ਦਾ ਡੱਬਾ। ਅਰੇ ਦੇਖੇਗਾ, ਇਹ ਚੈਂਪੀਅਨ ਸੀ ਮੈਨੂੰ ਲੱਗਦਾ, ਆਈ ਡੋਂਟ ਨੋ, ਪਰ ਇਹ ਆਸਟ੍ਰੇਲੀਅਨ ਸੀ, ਜੈਕਬ ਦੀ, ਆਈ ਡੋਂਟ ਨੋ, ਵਾਈਨ ਹੋਣੀ ਮੈਨੂੰ ਪਤਾ। ਪਾ ਲੈ ਗੁੱਟ ਗੁੱਟ ਆਪਦੇ ਆਪ ਨੂੰ। ਆਪਾਂ ਤਾਂ ਵੀਰੇ ਨੇੜੇ ਵੀ ਨਹੀਂ ਲੰਘਦੇ ਇਸ ਚੀਜ਼ ਦੇ। ਹੈ ਪਾਣੀ ਪੀ ਮੈਨੂੰ। ਚਲੋ ਜੀ ਆਓ ਆਪਾਂ ਪੜ੍ਹੀਏ, ਕਲਾਸ ਦਾ ਟਾਈਮ ਹੋ ਗਿਆ। ਆਪਾਂ ਦੇਖਣਾ ਵੀ ਜਿਹੜਾ ਮੇਰੀ ਹਾਸੀ ਨਾ ਕਢਾਓ ਯਾਰ, ਮੈਨੂੰ ਪੜ੍ਹਾ ਲੈਣ ਤੋਂ, ਹੁਣ ਆਸਟ੍ਰੇਲੀਆ ਜਾਣਾ ਫਿਰ ਕੀ ਹੋ ਗਿਆ? ਹਾਂ, ਸੁਖੀ ਕਹਿ ਰਿਹਾ ਵੀ ਓ ਸਰ ਪਾਣੀ ਨਹੀਂ ਪੀਂਦੇ ਤੁਸੀਂ, ਮੈਂ ਖੀਰਾ ਖਾਣਾ, ਮੈਂ ਡਾਈਟ ਤੇ ਹਾਂ। ਆਪਾਂ ਇਹ ਦੇਖਣਾ ਮਾਈ ਡੀਅਰ ਕਿ ਜਿਹੜਾ ਆਥਰ ਹੈ, ਜਿਹੜਾ ਰਾਈਟਰ ਹੈ, ਉਹ ਆਸਟ੍ਰੇਲੀਆ ਕਿਉਂ ਗਿਆ। ਹੁਣ ਧਿਆਨ ਨਾਲ ਸੁਣੋ, ਜਦੋਂ ਪੇਪਰ ਕਰਦੇ ਹੁੰਦੇ ਨਾ ਮਾਈ ਡੀਅਰ,
ਉਸ ਟਾਈਮ ਤੇ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਡਾਇਰੈਕਟ ਸ਼ਰੇਆਮ ਸਾਰਾ ਕੁਝ ਮਿਲੂਗਾ। ਮੈਂ ਤੁਹਾਨੂੰ ਸਮਝਾਉਂਗਾ ਕਿਵੇਂ। ਹਰਨੀਤ ਸੇਖੋਂ ਜੀ ਠੀਕ ਠਾਕ ਹੋ? ਕਰੀਏ ਤਿਆਰ ਹੋ? ਚਲੋ ਜੀ, ਸ਼ੁਕਰ ਪਰਮਾਤਮਾ ਦਾ, ਆਓ ਕਰੀਏ। ਔਦਰ ਵਿਜ਼ਿਟ ਆਸਟ੍ਰੇਲੀਆ, ਠੀਕ ਹੈ। ਇਧਰ ਨਿਗਾਹ ਮਾਰੀ ਜੇ ਮੈਨੇ, ਤੁਸੀਂ ਇਹ ਦੇਖਿਓ ਆਸਟ੍ਰੇਲੀਅਨ ट्रैवलिंग, कुछ दिमाग च आ रहा है ना, ट्रैवल करना, जाना। कहता और पढ़ लेने आप सारी पढ़ लेने नग। To appreciate this unusual outback moment and to meet the people whose livelihoods depend on it, I spent part of an Australian autumn traveling the Wire। कहना मैं सोचा भी मैं ऑस्ट्रेलिया ਦੇ ਵਿੱਚ ਇਹ ਵਾਇਰ ਨੂੰ ਦੇਖਣ ਜਾਵਾਂ। It is known by different names in different states। अलग-अलग states ਦੇ ਵਿੱਚ अलग-अलग ਇਹਦਾ ਨਾਮ ਸੀਗਾ। The dog fence in South Australia, मतलब South Australia ਦੇ ਵਿੱਚ ਇਹਨੂੰ dog fence ਕਿਹਾ ਜਾਂਦਾ ਸੀਗਾ। The border fence in New South Wales, New South Wales ਦੇ ਵਿੱਚ ਇਹਨੂੰ border fence ਵੀ ਕਹਿੰਦੇ ਸੀ। And the barrier fence in Queensland, I would call it simply the fence। ਕਹਿੰਦਾ ਮੈਂ ਗਿਆ ਆਸਟ੍ਰੇਲੀਆ ਦੇ ਵਿੱਚ ਦੇਖਣ ਵੀ ਜਿਹੜੀ ਇਹ ਫੈਂਸ ਹੈ, ਇਹ ਤਾਰ ਹੈ, ਆਪਣੇ ਤਾਂ ਲੋਕਾਂ ਨੇ ਮੰਨ ਲਓ ਖੇਤਾਂ ਖੁੱਤਾਂ ਨੂੰ ਲਾਈਆਂ ਨੇ, ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਜਿਵੇਂ ਸਿਕਿਉਰਿਟੀ ਪਰਪਸ ਨੂੰ ਵੀ ਲਾਈਆਂ ਹੋਈਆਂ ਨੇਗੀਆਂ। ਉਹ ਕਹਿੰਦਾ ਵੀ ਜਿਹੜੀ ਇਹ ਫੈਂਸ ਹੈ ਨਾ, ਇਹਦਾ ਹਰ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਪਰਸਪੈਕਟਿਵ ਹੈ। ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਪਰਸਪੈਕਟਿਵ ਦਾ ਮਤਲਬ ਪਤਾ ਕੀ ਹੈਗਾ ਕਿ ਹਰੇਕ ਸਿਟੀ ਦੇ ਵਿੱਚ ਕਿਤੇ ਇਹਨੂੰ ਬੈਰੀਅਰ, ਡੌਗਸ ਬੈਰੀਅਰ ਕਿਹਾ ਗਿਆ, ਕਿਤੇ ਕੀ ਮਤਲਬ ਅਲੱਗ-ਅਲੱਗ ਇਹਦਾ ਜਿਹੜਾ ਕਨਸੈਪਟ ਸੀਗਾ ਉਹਦੇ ਬਾਰੇ ਇਹਨਾਂ ਨੇ ਮੈਂਸ਼ਨ ਕੀਤਾ। ਦੇਖਣ ਦਾ ਕੀ ਗਿਆ ਦੀ ਫੈਂਸ ਦੇਖਣ ਗਿਆ ਸੀ, ਠੀਕ ਹੈ। ਆਓ ਆਪਾਂ ਦੇਖੀਏ। ਦੇਖੋ ਕੋਈ ਨਾ ਕੋਈ ਨੈਟ ਸ਼ੋ ਮੇਰਾ ਚੱਲਦਾ, ਐਲੀਮੀਨੇਟ ਕਰਦੇ ਆਪਾਂ। ਟੂ ਸਟੱਡੀ ਆਸਟ੍ਰੇਲੀਅਨ ਫਾਰਮਿੰਗ ਮੈਥਡ। ਦੇਖੋ ਫਾਰਮਿੰਗ ਮੈਥਡ ਦਾ ਕਰਨ ਨਹੀਂ ਗਿਆ ਸੀ, ਮੰਨਦੇ ਹੋ ਗੱਲ? ਬਿਕਾਜ਼ ਹੀ ਵਾਂਟਡ ਟੂ ਲਰਨ ਮੋਰ ਅਬਾਊਟ ਵੂਲ ਇੰਡਸਟਰੀ ਨਾ। ਟੂ ਇਨਵੈਸਟੀਗੇਟ ਹਾਊ ਦ ਫੈਂਸ ਵਾਸ ਕੰਸਟਰਕਟਡ। ਦੇਖੋ ਕੰਸਟਰਕਟ ਦੀ ਗੱਲ ਕੋਈ ਨਹੀਂ ਵੀ ਕਿਵੇਂ ਬਣਦੀ ਹੈ, ਪੜ੍ਹ ਕੇ ਦੇਖਿਓ ਸੀ ਇਹਦਾ ਮਾਈ ਡੀਅਰ। ਬਿਕਾਜ਼ ਹੀ ਵਾਸ ਇੰਟਰਸਟਡ ਇਨ ਲਾਈਫ ਅਰਾਊਂਡ ਦਾ ਫੈਂਸ। ਉਹ ਬੜਾ ਇੰਟਰਸਟਡ ਸੀਗਾ ਕਿ ਫੈਂਸ ਦੇ ਆਲੇ ਦੁਆਲੇ ਦੀ ਜ਼ਿੰਦਗੀ ਕਿਹੋ ਜਿਹੀ ਆ। ਮਤਲਬ ਕੀ ਸੀਗਾ ਕਿ ਉਹਨੂੰ ਇਹ ਪਤਾ ਸੀਗਾ ਕਿ ਲੋਕ ਕਿਹੜੇ ਫੈਂਸ ਦੇ ਆਲੇ ਦੁਆਲੇ ਦੇ ਜਿਹੜਾ ਉਹ ਸੀਗਾ ਰੇਸ਼ੋ ਸੀਗੀ, ਉਹਨੂੰ ਕੋਈ ਬੰਦੇ ਕੀ ਕਹਿੰਦੇ ਸੀ ਤੇ ਕੋਈ ਬੰਦੇ ਕੀ ਕਹਿੰਦੇ ਸੀਗੇ। ਤਾਂ ਮੈਂ ਉਮੀਦ ਕਰੂੰਗਾ ਕਿ ਆਪਣੇ ਪਹਿਲੇ 3 ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਿਆ ਹੋਊਗਾ। ਦੇਖੋ ਪਤਾ ਕੀ ਆ, MCQ ਕੋਈ ਵੀ ਬੰਦਾ ਕਰਦਾ ਨਾ ਤਾਂ ਉਹਨੂੰ ਇੰਨਾ ਕੁ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈਗਾ ਕਿ ਪੇਪਰ ਨੂੰ ਕਲੀਅਰ ਕਰਨਾ ਹੈਗਾ, ਤਾਂ ਆਪਾਂ ਨੂੰ ਆਪਣੇ ਲੈਵਲ ਤੇ ਜਾ ਕੇ ਪਤਾ ਲੱਗੇ ਵੀ ਹਾਂ ਕੀ ਕਰਨਾ ਹੈਗਾ। ਲਾਸਟ ਕੁਐਸਚਨ ਹੈ ਤੇ ਇਹ ਨਾ ਸੈਂਸ ਬੇਸਡ ਕੁਐਸਚਨ ਹੈ। ਭਾਈ ਜੀ ਆਵਾਜ਼ ਬੰਦ ਕਰਿਓ। ਸੈਂਸ ਬੇਸਡ ਕੁਐਸਚਨ ਹੈ ਲਾਸਟ ਵਾਲਾ, ਕਰੋਗੇ? ਚਲੋ ਦੇਖ ਰਹੇ ਹਾਂ। How does the author feel about the fence? ਜਿਹੜਾ author ਹੈ ਉਹਨੇ ਫੈਂਸ ਨੂੰ ਲੈ ਕੇ ਕੀ ਫੀਲ ਕੀਤਾ? ਆਸਟ੍ਰੇਲੀਆ ਵਗ ਗਿਆ, ਅਲੱਗ-ਅਲੱਗ ਦੇਖਿਆ ਉਹਨੇ ਹੈ ਨਾ, ਮਤਲਬ ਆਹ ਫੈਂਸ ਵਾਹ ਫੈਂਸ। ਉਹਨੇ ਫੈਂਸ ਨੂੰ ਮਤਲਬ ਫੈਂਸ ਨੂੰ ਲੈ ਕੇ ਉਹਦੀ ਕੀ ਰਾਏ ਸੀ, ਫੈਂਸ ਨੂੰ ਲੈ ਕੇ ਉਹਦੀ ਕੀ ਮੈਂਟੈਲਿਟੀ ਸੀ। ਤੇ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਉਹਨੇ ਫੈਂਸ ਦਾ ਦੇਖ ਲਿਆ, ਆਉਰ ਤੱਕ ਉਹਨੇ ਦੇਖਿਆ ਵੀ ਕਹਿੰਦਾ ਮੈਂ ਤਾਂ ਇਹਨੂੰ ਕੱਲਾ ਸਿੰਪਲੀ ਫੈਂਸ ਕਹਿੰਦਾ, ਕੋਈ ਕਹਿੰਦਾ ਇਹਨੂੰ ਭਾਵੇਂ ਅਲੱਗ-ਅਲੱਗ ਡਿਫਰੈਂਟ ਨੇਮ ਨੇ ਦੇ, ਕੋਈ ਇਹਨੂੰ ਡੌਗ ਫੈਂਸ ਕਹਿੰਦਾ ਹਨਾ, ਕੋਈ ਆਸਟ੍ਰੇਲੀਅਨ ਬਾਰਡਰ ਫੈਂਸ ਕਹਿੰਦਾ, ਕੋਈ ਇਹਨੂੰ ਕੱਲੀ ਬੈਰੀਅਰ ਫੈਂਸ ਕਹਿੰਦਾ, ਅਲੱਗ-ਅਲੱਗ ਇਹਦੇ ਨਾਮ ਨੇ, ਪਰ ਮੈਂ ਇਹਨੂੰ ਕੱਲਾ ਫੈਂਸ ਕਹਿੰਦਾ। ਉਹਦਾ ਕੀ ਫੀਲ ਸੀਗਾ? ਕਹਿੰਦਾ ਫॉर ਮੋਸਟ ਆਫ ਇਟਸ ਪ੍ਰੋਡੀਜੀਅਸ ਲੈਂਥ। ਹੁਣ ਇਹਦੀ ਪ੍ਰੋਡੀਜੀਅਸ ਲੈਂਥ ਪਤਾ ਕਿਹੜੀ ਹੁੰਦੀ ਹੈ? ਜਿਹੜੀ ਬਹੁਤ ਜ਼ਿਆਦਾ ਵੱਡੀ ਲੈਂਥੀ, ਮਤਲਬ ਬਹੁਤ ਜ਼ਿਆਦਾ ਵੱਡਾ ਵਿਸ਼ਾਲ ਹੋਣਾ। ਕਹਿੰਦਾ ਜਿਹੜੀ ਦੀ ਪ੍ਰੋਡੀਜੀਅਸ ਲੈਂਥ ਸੀ ਨਾ, ਮਤਲਬ ਬਹੁਤ ਜ਼ਿਆਦਾ ਲੰਬੀ ਸੀ। ਦਿਸ ਐਪਿਕ ਫੈਂਸ winds like a river across a landscape that
unless a big rain has fallen scarcely has rivers। ਮਤਲਬ ਜਿੱਥੇ ਜਿੱਥੇ ਤੱਕ ਨਦੀ ਜਾ ਰਹੀ ਸੀਗੀ ਉਹਦੇ ਨਾਲ ਨਾਲ ਕਹਿੰਦਾ ਇਹ ਬਾੜ ਜਾ ਰਹੀ ਸੀ। ਮੈਂ ਤਾਂ ਮਤਲਬ ਹੈਰਾਨ ਹੀ ਹੋ ਗਿਆ ਚੀਜ਼ ਨੂੰ ਦੇਖ ਕੇ ਵੀ ਇੰਨੀ ਲੰਬੀ ਕਿਵੇਂ ਹੈ। ਪ੍ਰੋਸਟੀਜੀਅਸ ਕਿਵੇਂ? ਪ੍ਰੋਸਟੀਜੀਅਸ ਹੁੰਦਾ ਹੈ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਹੋਣਾ, that is called a prestigious। ਠੀਕ ਆ, ਲਓ ਜੀ ਹੁਣ ਇਹਨਾਂ ਚਾਰਾਂ ਚੋਂ ਉਹ ਕੀ ਹੋਇਆ ਸੀ? देखिया भी जेड़ी इहदी लेंथ है वो प्रोस्टिजियस है। बड़ा खुश हो गया चीज लगे। चलो देखते हैं। एनॉयड नहीं होया सी, गुस्से का होया नहीं है ना, एनॉयड तो है नहीं गा, शॉक्ड भी नहीं है, कोई झटका तो लग्या नहीं है, डिलाइटेड भी नहीं होया। एक्यूरेट आंसर तो ये सेंस बेस्ड आंसर है, वो इंप्रैस होया सीगा। इंप्रैस होने का मतलब की है? प्रोस्टिजियस तो उन्हें देखा यार भी गलबात है काले इन्नी लंबी तो वो की हो गया? इंप्रैस होया। लास्ट क्वेश्चन एक्यूरेट लोकेशन नु नहीं घेरदा, पर ये गल याद रखियो लास्ट क्वेश्चन हमेशा सेंस बेस्ड सीगा। ये उन्हें फेंस बारे की फील किया क्योंकि उन्हें देखा ना अलग अलग जगह ते फेंस नू अलग अलग नामां नाल बुलाया जा रहा सी, पर उन्हें अपने एक सिंपल नाम नाल बुलाया। तो एक्यूरेट आंसर हैगा वो किया इंप्रैस हो। MCQ नू पेपर दे विच जे तुसी करना चाहुंदे हो, दिमाग च एक गल पा के चलो, क्वेश्चन पढ़ो, लोकेशन ते जाओ, ABCD नू नहीं पढ़ना, लोकेशन नू पढ़ लो, ABCD नू वापस आके एलिमिनेट करो, आंसर 101% निकल जूगा। सब तो वधिया चीज की सी, आपां नू ऑटोमैटिकली पता लग गया सीगा प्रोटैक्ट कर रही सी आस्ट्रेलियन वूल इंडस्ट्री नू, तां करके वो फेंस बिल्ट हुई सी। नैक्सट दे विच आपां नू ये भी क्लीयर करता सी इन्हां ने ਜਿਹੜੇ ਕੰਜ਼ਰਵੇਸ਼ਨ ਵਾਲੇ ਸੀਗੇ ਤੇ ਪੋਲੀਟੀਸ਼ੀਅਨ ਸੀ, ਇਹ ਕੀ ਚਾਹੁੰਦੇ ਸੀਗੇ ਵੀ ਦ ਫੈਂਸ ਪੋਜ਼ਿਸ ਥ੍ਰੈਟ ਟੂ ਦ এনवायरमेंट ਹੈ, ਉਹ ਇਸ ਚੀਜ਼ ਦੇ ਦੋਨੇ ਕਹਿੰਦੇ ਵੀ ਇਹ ਖਤਰਾ ਹੈਗਾ। ਵਾਈ ਡਿਡ ਦ ਅਦਰ ਆਸਟ੍ਰੇਲੀਆ ਚ ਕਿਉਂ ਗਿਆ ਸੀ? ਕਿਉਂਕਿ ਬਿਕਾਜ਼ ਹੀ ਵਾਜ਼ ਇੰਟਰਸਟਡ, ਉਹ ਇੰਟਰਸਟਡ ਸੀਗਾ ਲਾਈਫ ਅਰਾਊਂਡ ਦ ਫੈਂਸ, ਆਲੇ ਦੁਆਲੇ ਦੇਖਣਾ ਚਾਹੁੰਦਾ ਸੀਗਾ ਕਿ ਲਾਈਫ ਕਿਹੋ ਜਿਹੀ ਹੈ। हाउ डज द ऑदर फील अबाउट द फेंस? की फील होया सी उन्हें? वो इंप्रैस होया। डिलाइटेड खुश भी नहीं सी, शॉक्ड भी नहीं सीगा ते एनॉयड भी नहीं सीगा। एक्यूरेट आंसर है दैट इज कॉल्ड अ इंप्रैस्ड, वो तो बड़ा ज़्यादा इंप्रैस होया सीगा। इस तो तरीके नाल देखो पता क्या पक्या पकाया कुछ नहीं मिलता, ये गल याद रखियो। ये नहीं है ना हरेक नूं पता भी हाए आ तां किवें आ किवें, एवें कदे भी नहीं आउंदे। पेपर करन दा तरीका बाई जी इस तो होर कुछ भी नहीं हुंदा। बाकी जे फिर भी नहीं क्लीयर हुंदा तां किते ना किते फिर तुसीं शंख पुष्प ही पिया करो, थोड़े दिमाग नूं माड़ा मोटा कुछ होगा, इस तो बाद कुछ नहीं है। दैट्स इट, थैंक यू। मैंने 2 मिनट दिओ, उस बाद मैं राइटिंग टास्क 1 पढ़ाऊँगा। तो बहुत सारे बच्चों का मेरे को रैकड नहीं है, बड़े बच्चे ना मैं हैरान तुहानूं दस्सां